बोले सोने हाल सासरी अकाल। सतनाम श्री वाहेगुरु वाहेगुरु। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जप आद सच जुगाद सच है भी सच। नानक होसी भी सच। वाहेगुरु 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 वाहेगुरु। सतनाम वाहेगुरु सतनाम वाहेगुरु सतनाम वाहेगुरु सतनाम वाहेगुरु 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 वाहेगुरु। सतनाम वाहेगुरु सतनाम वाहेगुरु सतनाम वाहेगुरु सतनाम वाहेगुरु 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 वाहेगुरु। वाहेगुरु 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 वाहेगुरु। हमरी गणत न गणिया काई अपना बिरद पछाण। हमरी गणत न गणिया काई अपना बिरद पछाण। हाथ दे राखे अपने को सदा सदा रंग मान। राखे अपने को सदा सदा रंग मान।
हाथ दे राखे अपने को सदा सदा रंग मान। हाथ दे राखे अपने को सदा सदा रंग मान। अपना बिरद पछाण, अपना बिरद पछाण। अपना बिरद पछान, अपना बिरद पछान। अपना बिरद पछाण, अपना बिरद पछाण। अपना बिरद पछान, अपना बिरद पछान। वाहिगुरु 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 वाहिगुरु। वाहिगुरु 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 वाहिगुरु। वाहिगुरु 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 वाहिगुरु। गुरपुरै मेरी राख लई, गुरपुरै मेरी राख लई। 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 अमृत नाम हृदय मह दीनो जन्म जन्म की मैल गई। अमृत नाम हृदय मह दीनो जन्म जन्म की मैल गई। अमृत नाम हृदय मह दीनो जन्म जन्म की मैल गई। अमृत नाम हृदय मह दीनो जन्म जन्म की मैल गई। जन्म जन्म की मैल गई, जन्म जन्म की मैल गई। जन्म की मैल गई, जन्म जन्म की मैल गई। जन्म जन्म की मैल गई, जन्म जन्म की मैल गई। जन्म की मैल गई, जन्म जन्म की मैल गई। वाहिगुरु 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 वाहिगुरु। 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 वाहिगुरु 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 वाहिगुरु। प्रभ जी तू मेरो सुख दाता। 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 बंधन काट करे मन निर्मल। बंधन काट करे मन निर्मल। पूरन पुरख विधाता। प्रभ जी तू मेरो सुख दाता। प्रभ जी तू मेरो सुख दाता।
ਪ੍ਰਭ ਜੀ ਤੂੰ मेरो सुख दाता, प्रभ जी तू मेरो सुख दाता। गुर का शब्द रखवारे, चौकी चौगिरद हमारे। गुर का शब्द रखवारे, चौकी चौगिरद हमारे। राम नाम मन लागा, जम लजाए कर भागा, जम लजाए कर भागा। प्रभ जी तू मेरो सुख दाता, प्रभ जी तू मेरो सुख दाता। प्रभ जी तू मेरो सुख दाता, प्रभ जी तू मेरो सुख दाता। नानक प्रभ अविनाशी, ताकि सेव न बिरथी जासी। अनद करे तेरे दासा, जप पूरन होई आसा, जप पूरन होई आसा। प्रभ जी तू मेरो सुख दाता, प्रभ जी तू मेरो सुख दाता। बंधन काट करे मन निर्मल, बंधन काट करे मन निर्मल। पूरन पुरख विधाता, प्रभ जी तू मेरो सुख दाता, प्रभ जी तू मेरो सुख दाता। प्रभ जी तू मेरो सुख दाता, प्रभ जी तू मेरो सुख
ਦਾਤਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ। ਸੁਖ ਦਾਤਾ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ। ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੇ ਓਟ, ਨਿਆਸਰਿਆਂ ਦੇ ਆਸਰੇ। ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ, ਧੰਨ ਧੰਨ ਗੁਰੂ ਗਰੀਬ ਨਵਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਔਰ ਸਤਿਗੁਰੂ ਜੀ ਦੇ ਮਹਾਨ ਪਵਿੱਤਰ ਚਰਨਾਂ 'ਚ ਬੜੇ ਪਿਆਰ ਨਾਲ, ਅਦਬ ਨਾਲ ਜੁੜ ਮਿਲ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਸਨਮਾਨਯੋਗ ਸਤਿਕਾਰਯੋਗ ਸਾਧ ਸੰਗਤ ਜੀਓ। ਗੁਰੂ ਮਹਾਰਾਜ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਜੋ ਸਾਨੂੰ ਸਭ ਕਲਯੁਗੀ ਜੀਵਾਂ ਨੂੰ ਸ਼ੁਭ ਸੁਭਾਗਾ ਸਮਾਂ ਆਪਣੇ ਚਰਨਾਂ 'ਚ ਬੈਠਣ ਦਾ, ਬਾਣੀ ਨਾਲ ਜੁੜਨ ਦਾ, ਸਿਮਰਨ ਨਾਲ ਜੁੜਨ ਦਾ ਬਖਸ਼ਿਸ਼ ਕੀਤਾ ਹੈ। ਇਹ ਬਖਸ਼ਿਸ਼, ਇਹ ਸੇਵਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਕਾਲ ਚੈਨਲ, ਅਕਾਲ ਏਡ ਨੂੰ ਬਖਸ਼ਿਸ਼ ਕੀਤੀ ਹੈ। ਮੈਂ ਬਾਹਰ ਜਿਹੜੀ ਸੰਗਤ ਖੜੀ ਹੈ ਉਹਨਾਂ ਨੂੰ ਬੇਨਤੀ ਕਰਾਂਗਾ, ਕੌਮ ਦੇ ਇਸ ਵੱਡੇ ਚੈਨਲ ਤੋਂ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਸੰਗਤਾਂ ਇਸ ਵੇਲੇ ਜੁੜੀਆਂ ਹੋਈਆਂ ਨੇ ਇਸ ਪਵਿੱਤਰ ਸਮਾਗਮ ਨਾਲ। ਬਿਲਕੁਲ ਇਕਾਗਰਤਾ ਬਣਾ ਕੇ ਜਿਹੜੇ ਜਿਹੜੇ ਸੇਵਾ 'ਚ ਲੱਗੇ ਨੇ ਨਾਲ ਸੇਵਾ ਕਰੋ, ਪਰ ਧਿਆਨ ਜਿਹੜਾ ਹੈ ਉਹ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਬਚਨਾਂ ਨਾਲ ਜੋੜੋ। ਆਵਾਜ਼ ਨਾ ਆਵੇ ਬਿਲਕੁਲ ਬਾਹਰੋਂ। ਬੜਾ ਥੋੜਾ ਤੇ ਬੜਾ ਕੀਮਤੀ ਸਮਾਂ ਹੈ ਸਾਡੇ ਕੋਲ। ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਅਕਾਲ ਚੈਨਲ, ਔਰ ਇਹਦੇ MD ਸਰਦਾਰ ਅਮਰੀਕ ਸਿੰਘ ਜੀ ਕੂਨਰ, ਜਿਹੜੇ ਆਪ ਅੱਜ ਇਹ ਆਰੰਭਤਾ ਹੋਈ ਹੈ ਵੱਖ-ਵੱਖ ਨਗਰਾਂ ਵਿੱਚ, ਵੱਖ-ਵੱਖ ਪਿੰਡਾਂ ਵਿੱਚ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਅੰਮ੍ਰਿਤ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਔਰ ਆਪਣਾ ਵਿਰਸਾ ਸੰਭਾਲਣ ਲਈ, ਸਿੱਖੀ ਨਾਲ, ਗੁਰ ਪਰੰਪਰਾਵਾਂ, ਗੁਰ ਸਿਧਾਂਤਾਂ ਨਾਲ ਜੁੜਨ ਲਈ। ਪਿਆਰਿਓ, ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਗਟ ਹੋਣ ਤੋਂ ਪਹਿਲੋਂ ਦਾ ਜਦੋਂ ਤੁਸੀਂ ਇਤਿਹਾਸ ਵਾਚੋਗੇ ਨਾ, ਤੇ ਬੜਾ ਇੱਕ ਸਮਾਜ ਦਾ ਇਸ ਧਰਤੀ ਤੇ ਨਰਕ ਭਰਿਆ ਜੀਵਨ ਸੀ। ਛੂਆ ਛੂਤ, ਊਚ ਨੀਚ, ਮੇਰ ਤੇਰ, ਇੰਨੀ ਵੱਡੇ ਪੱਧਰ ਤੇ। ਰਵਿਦਾਸ ਸਾਹਿਬ ਜੀ ਦਾ ਜੀਵਨ ਕਹਿੰਦਾ ਹੈ, ਭਗਤ ਰਵਿਦਾਸ ਤੁਰੇ ਜਾਂਦੇ ਨੇ, ਅੱਗੋਂ ਇੱਕ ਪੰਡਤ ਆਪਣੇ ਚੇਲਿਆਂ ਨਾਲ ਤੁਰਿਆ ਜਾਂਦਾ ਹੈ।
ਰਵਿਦਾਸ ਜੀ ਨੂੰ ਵੇਖ ਕੇ ਪਿੱਛੇ ਮੁੜ ਜਾਂਦਾ ਹੈ। ਚੇਲੇ ਪੁੱਛਦੇ ਨੇ ਕੀ ਕਾਰਨ ਹੋਇਆ? ਕਹਿੰਦਾ ਸ਼ੂਦਰ ਮੱਥੇ ਲੱਗ ਗਿਆ ਮੇਰੇ। ਮੈਂ ਸ਼ੁਭ ਕਰਮ ਲਈ, ਸ਼ੁਭ ਕਾਰਜ ਲਈ ਜਾ ਰਿਹਾ ਸੀ। ਸ਼ੂਦਰ ਦੇ ਨੀਵੀਂ ਜਾਤ ਦੇ ਮੱਥੇ ਲੱਗਣ ਨਾਲ ਮੈਂ ਭਿੱਟਿਆ ਗਿਆ। ਹੁਣ ਮੈਂ ਵਾਪਸ ਮੁੜ ਇਸ਼ਨਾਨ ਕਰਕੇ ਨਹਾ ਕੇ ਬਸਤਰ ਬਦਲ ਕੇ ਜਾਵਾਂਗਾ। ਇੰਨਾ ਅਸਰ ਸੀ ਉਸ ਵੇਲੇ। ਬਾਬਾ ਨਾਮਦੇਵ ਸਾਹਿਬ ਜੀ ਦੇ ਤੁਸੀਂ ਬਚਨ ਸੁਣਦੇ ਹੋ। ਉਹਨਾਂ ਨੇ ਅੰਮ੍ਰਿਤ ਬਾਣੀ ਦਾ ਬਚਨ ਉਚਾਰਨ ਕੀਤਾ ਹੈ। ਹਸਤ ਖੇਲਤ ਤੇਰਾ ਦੇਹੁਰੈ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਛੈ ਬੈਠਾ ਜਾਏ। ਜਿਉ ਜਿਉ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦੇਹੁਰਾ ਫਿਰੈ। ਇਹ ਬਚਨ ਸੁਣਿਆ। ਉੱਥੇ ਹੀਨੜੀ ਜਾਤ ਮੇਰੀ ਜਾਦਮ ਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ। ਪਰ ਜਿਸ ਵੇਲੇ ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਪ੍ਰਗਟ ਹੁੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਹੁਣ ਹਨੇਰੇ 'ਚ ਜਦੋਂ ਚਾਨਣ ਹੁੰਦਾ ਏ, ਕਿੰਨਾ ਸਕੂਨ ਮਿਲਦਾ ਉਸ ਵੇਲੇ, ਕਿੰਨਾ ਆਨੰਦ ਮਿਲਦਾ ਉਸ ਵੇਲੇ। ਗੁਰੂ ਨਾਨਕ ਸਾਹਿਬ ਪ੍ਰਗਟ ਹੋਏ। ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਬਾਣੀ ਉਚਾਰਨ ਹੋਈ। ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਭਾਈ ਮਰਦਾਨਾ ਸਾਹਿਬ ਜੀ ਨੂੰ ਆਪਣਾ ਭਾਈ ਕਿਹਾ। ਭਾਈ ਮਤਲਬ ਆਪਣਾ ਭਰਾ ਕਹਿ ਕੇ ਨਵਾਜਿਆ, ਆਪਣੇ ਕੋਲ ਬਿਠਾਇਆ। ਔਰ ਇਹ ਛੂਆ ਛੂਤ, ਇਹ ਵਰਨ ਵੰਡ, ਇਹ ਊਚ ਨੀਚ, ਇਹਦੀਆਂ ਬੇੜੀਆਂ, ਇਹਦੇ ਸੰਗਲ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੋੜ ਦਿੱਤੇ। ਇੱਕ ਆਵਾਜ਼ ਆਈ ਦੁਨੀਆ ਤੇ ਪਹਿਲੀ ਵਾਰ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਔਰ ਉਸ ਸਰਬੱਤ ਦੇ ਭਲੇ ਦਾ ਪ੍ਰਤਾਪ ਤੁਸੀਂ ਲੋਕਾਂ ਨੇ ਦੇਖਿਆ। ਸਾਰਾ ਸੰਸਾਰ ਦੇਖਦਾ ਏ, ਸਾਰੇ ਜਗਤ ਨੇ ਦੇਖਿਆ। ਪਰ ਉਹ ਵਰਤਾਰਾ ਤੁਹਾਡੇ ਨਾਲ ਵਰਤਿਆ ਜਦੋਂ ਇੱਥੇ ਹੜ੍ਹ ਆਏ, ਇੰਨਾ ਪਾਣੀ ਚੜ੍ਹ ਗਿਆ। ਜਦੋਂ ਗੁਰੂ ਨਾਨਕ ਦੇ ਸਿੱਖ, ਜਦੋਂ ਕੋਈ ਵਾਹ ਨਾ ਰਿਹਾ ਇੱਥੇ ਲੋਕਾਂ ਦਾ, ਆਲੇ ਦੁਆਲੇ ਪਾਣੀ ਪਾਣੀ, ਘਰ ਡੁੱਬ ਗਏ। ਗੁਰੂ ਨਾਨਕ ਦਾ ਸਿੱਖ, ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਧਾਰਾ ਉਸ ਵੇਲੇ ਸਾਡੀ ਬਾਂਹ ਫੜਨ ਵਾਸਤੇ ਇੱਥੇ ਆਈ। ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਮੈਂ ਬੇਨਤੀ ਕਰਾਂ, ਗੁਰੂ ਨਾਨਕ ਦੇ ਘਰ ਵਿੱਚ ਕੋਈ ਵਿਤਕਰਾ ਨਹੀਂ। ਕੱਲਾ ਇੱਥੇ ਹੀ ਨਹੀਂ, ਦੁਨੀਆ ਤੇ ਕਿਤੇ ਵੀ ਭੀੜ ਪਵੇ। ਇੰਨੀ ਵੱਡੀ ਸੇਵਾ ਕਮਾਈ। ਅਮਰੀਕਾ ਦੇ ਰਾਸ਼ਟਰਪਤੀ ਨੇ ਵਾਈਟ ਹਾਊਸ ਚੋਂ ਸੰਬੋਧਿਤ ਹੁੰਦਿਆਂ ਪੂਰੀ ਦੁਨੀਆ ਨੂੰ, ਪੂਰੇ ਵਰਲਡ ਨੂੰ ਇਹ ਗੱਲ ਕਹਿ ਦਿੱਤੀ, ਸਿੱਖ ਤੇ ਗੁਰਦੁਆਰਾ ਹਰ ਕੰਟਰੀ 'ਚ ਹੋਣੇ ਚਾਹੀਦੇ। ਇਹਦੇ ਤੋਂ ਆਪਾਂ ਅੰਦਾਜ਼ਾ ਲਾਈਏ ਵੀ ਸਾਡਾ ਵਿਰਸਾ ਕਿੰਨਾ ਮਹਾਨ ਹੈ, ਵੀ ਦੁਨੀਆ ਦੀਆਂ ਵੱਡੀਆਂ ਤਾਕਤਾਂ ਇਸ ਵੇਲੇ ਵਰਲਡ ਦੀ ਪਾਵਰ ਨੂੰ ਇਹ ਗੱਲ ਕਹਿਣੀ ਪੈ ਗਈ। ਗੁਰੂ ਗ੍ਰੰਥ ਸਾਹਿਬ ਵਰਗਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਵਰਗਾ ਸੰਸਾਰ ਲਈ ਸੁਖਦਾਈ ਹੋਰ ਕੋਈ ਨਹੀਂ ਹੋ ਸਕਦਾ। ਇਹ ਆਪਾਂ ਨਹੀਂ ਕਿਹਾ, ਆਪਾਂ ਤੇ ਸਿੱਖਿਆ। ਅਸੀਂ ਤੇ ਆਪਣੇ ਗੁਰੂ ਨੂੰ, ਆਪਣੇ ਘਰ ਨੂੰ ਵੱਡੇ ਤੋਂ ਵੱਡਾ ਕਰਕੇ ਸਲਾਉਣਾ ਹੀ ਹੈ। ਮਹਾਰਾਜ ਅੰਮ੍ਰਿਤ ਬਾਣੀ ਦੇ ਬਚਨ, ਸਤਿਗੁਰ ਵੱਡਾ ਕਰ ਸਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ। ਭਾਰਤ ਦੀ ਸਦੀਆਂ ਦੀ ਗੁਲਾਮੀ ਦੇ ਸੰਗਲ ਤੋੜਨ ਲਈ
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਏਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਅੱਜ ਸੰਸਾਰ ਦੇ ਵਿੱਚ ਕੱਲੀ ਆਪਣੀ ਗੱਲ ਨਹੀਂ ਆਪਾਂ ਕਰਦੇ, ਸੰਸਾਰ ਤੇ ਦੂਸਰੀਆਂ ਨਸਲਾਂ ਦੇ ਲੋਕ, ਮੈਂ ਨਸਲਾਂ ਦੀ ਗੱਲ ਕੀਤੀ ਹੈ, ਦੂਸਰੀਆਂ ਨਸਲਾਂ ਦੇ ਲੋਕ ਵੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਆ, ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਦੇ ਆ, ਜਦੋਂ ਸਰਹੰਦ ਦੀਆਂ ਦੀਵਾਰਾਂ ਤੇ ਪਹੁੰਚਦੇ ਆ, ਆਪ ਮੁਹਾਰੇ ਅੱਖਾਂ ਵਿੱਚ ਵੈਰਾਗ ਦੇ ਹੰਝੂ ਚੱਲ ਪੈਂਦੇ। ਹਰ ਕੋਈ ਵਾਹ ਵਾਹ ਕਹਿ ਉੱਠਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਇਦਾਂ ਦਾ ਸਿਧਾਂਤ ਜਿਹੜਾ ਸਭ ਨੂੰ ਆਪਣੇ ਗਲ ਲਾਵੇ। ਗੁਰੂ ਨਾਨਕ ਦੇ ਘਰ ਦੀ ਗੋਦ ਇੰਨੀ ਮਹਾਨ, ਇੰਨੀ ਵਿਸ਼ਾਲ, ਕੋਈ ਵੀ ਜਾ ਕੇ ਉੱਥੇ ਉਸ ਗੋਦ ਦਾ ਨਿੱਘ ਮਾਣ ਸਕਦਾ। ਇੱਕੋ ਹੀ ਗੋਦ ਗੁਰੂ ਨਾਨਕ ਦੇ ਘਰ ਦੀ, ਜਿੱਥੇ ਹਰ ਇੱਕ ਨੂੰ ਥਾਂ ਹੈ, ਹਰ ਇੱਕ ਨੂੰ ਨਿੱਘ ਮਿਲਦਾ ਹੈ। ਤੇ ਮੈਂ ਬੇਨਤੀ ਕਰਾਂ, ਅਕਾਲ ਏਡ, ਅਕਾਲ ਚੈਨਲ ਵੱਲੋਂ ਇਹ ਫਿਕਰ ਕਰਦਿਆਂ ਹੋਇਆਂ, ਤੇ ਸਾਨੂੰ ਸਾਰਿਆਂ ਨੂੰ ਇਹ ਫਿਕਰ ਕਰਨਾ ਚਾਹੀਦਾ ਹੈ। ਸਾਡੇ ਪੰਥ ਦੀਆਂ ਜਿੰਨੀਆਂ ਵੀ ਵੱਡੀਆਂ ਹਸਤੀਆਂ ਨੇ, ਜਥੇਬੰਦੀਆਂ, ਸੰਪਰਦਾਵਾਂ ਨੇ, ਹਰ ਇੱਕ ਨੂੰ ਇਸ ਤਰੀਕੇ ਨਾਲ ਲੱਕ ਬੰਨ੍ਹ ਕੇ ਸਿੱਖੀ ਦੇ ਪ੍ਰਚਾਰ ਲਈ ਚੱਲਣਾ ਚਾਹੀਦਾ ਹੈ। ਅੱਜ ਇਹਦੇ ਵਿੱਚ ਵੀ ਨਾ ਆਪਾਂ ਕਈ ਵਾਰੀ ਬਹੁਤਾਤ ਦੇਖ ਦਿਖਾਵੇ ਵਿੱਚ ਜੁੜ ਗਏ ਆ। ਇਹਨੂੰ ਕਹਿੰਦੇ ਨੇ ਗਰਾਊਂਡ ਪੱਧਰ ਤੇ ਗੁਰਬਾਣੀ ਦਾ, ਸਿੱਖੀ ਦਾ ਪ੍ਰਚਾਰ ਕਰਨਾ। ਗਰਾਊਂਡ ਪੱਧਰ ਤੇ ਲੱਖਾਂ ਰੁਪਈਏ ਇਕੱਠੇ ਕਰਕੇ, ਲੱਖਾਂ ਰੁਪਈਏ ਲਾ ਕੇ, ਵੱਡੇ ਵੱਡੇ ਬੁਲਾਰੇ, ਵੱਡੇ ਵੱਡੇ ਬੋਰਡ, ਬੜਾ ਕੁਝ ਕਰਕੇ, ਕੇਵਲ ਇੱਥੋਂ ਤੱਕ ਵੀ ਬੜਾ ਵੱਡਾ ਸਮਾਗਮ ਹੋਇਆ, ਆਊਟਪੁੱਟ ਕੁਝ ਵੀ ਨਹੀਂ। ਤੇ ਉੱਥੋਂ ਉਹ ਥੋੜਾ ਚਿਰ ਚੱਲਦਾ, ਮੁੜ ਕੇ ਪਾਰਟੀ ਵੱਜ ਜਾਂਦੀ ਹੈ, ਧੜੇ ਵੱਜ ਜਾਂਦੇ ਨੇ, ਮੁੜ ਕੇ ਹੌਲੀ ਹੌਲੀ ਆਪਾਂ ਦੇਖਦੇ ਹਾਂ, ਆਪਾਂ ਵਿਚਰਦੇ ਹਾਂ। ਪਰ ਸਾਡੇ ਟੁੱਟੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਜਾਣ, ਇਹ ਸਾਨੂੰ ਇਦਾਂ ਪਿੰਡ ਪਿੰਡ, ਗਰਾਊਂਡ ਲੈਵਲ ਤੇ, ਘਰ ਘਰ ਜਾ ਕੇ, ਜਿਨ੍ਹਾਂ ਦੇ ਪ੍ਰਤੀ ਅਸੀਂ ਅੱਜ ਫਿਕਰਮੰਦੀਆਂ ਦੀਆਂ ਗੱਲਾਂ ਕਰਦੇ ਹਾਂ ਨਾ, ਵੀ ਫਲਾਣਾ ਆ ਗਿਆ, ਫਲਾਣੇ ਨੇ ਇਦਾਂ ਕਰ ਦਿੱਤਾ, ਇਹ ਸੱਚ ਜੇ ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਆਪਾਂ ਕੇਵਲ ਉਹਨਾਂ ਦੀਆਂ ਗੱਲਾਂ ਕਰਦੇ, ਉਹਨਾਂ ਦਾ ਵਰਕ ਵੀ ਦੇਖੀਓ, ਵਰਕ ਕਿਸ ਤਰੀਕੇ ਨਾਲ ਕਰਦੇ ਨੇ। ਉਹ ਘਰ ਘਰ ਫਿਰਦੇ ਨੇ, ਗਰਾਊਂਡ ਲੈਵਲ ਦੇ ਵਰਕ ਕਰਦੇ ਨੇ। ਆਪਾਂ ਕਿਉਂ ਨਹੀਂ ਕਰ ਸਕਦੇ? ਸਾਡਾ ਤੇ ਮੋਢੀ ਇੱਥੋਂ ਵੱਜਾ ਹੈ। ਆਪਾਂ ਇਹ ਬਚਨ ਪੜ੍ਹਦੇ, ਗੁਰੂ ਨਾਨਕ ਸਾਹਿਬ ਜੀ ਦੇ ਚੜਿਆ ਸੋਧਣ ਧਰਤ ਲੁਕਾਈ। ਇਹ ਵਿਧਾਨ, ਇਹ ਤਰੀਕਾ ਤੇ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪੈਦਲ ਚੱਲ ਕੇ ਕੱਲੇ ਕੱਲੇ ਨਗਰ, ਕੱਲੇ ਕੱਲੇ ਪਿੰਡ, ਭਾਈ ਲਾਲੋ ਦਾ ਦਰਵਾਜ਼ਾ ਮਹਾਰਾਜ ਨੇ ਆਪ ਖੜਕਾਇਆ, ਜਾ ਕੇ ਆਪ ਬੂਹਾ ਖੜਕਾਇਆ। ਜਨਮ ਸਾਖੀ ਦੇ ਆਪਾਂ ਬਚਨ ਪੜ੍ਹਦੇ, ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਜੰਗਲ ਬੀਆਬਾਨ, ਜਿੱਥੇ ਕੋਈ ਵੀ ਨਹੀਂ, ਉੱਥੇ ਵੀ ਉਸ ਅਕਾਲ ਪੁਰਖ ਪਰਮਾਤਮਾ, ਉਸ ਖਸਮ ਦੀ ਬਾਣੀ ਨੂੰ ਗਾਵਿਆ। ਔਰ ਘਰ ਘਰ ਜਾ ਕੇ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਟੁੱਟਿਆਂ ਹੋਇਆਂ ਨੂੰ ਉਸ ਪਰਮਾਤਮਾ ਦੇ ਨਾਲ ਜੋੜਿਆ। ਆਪਾਂ ਇੱਕ ਟੀਮ ਵਰਕ ਬਣਾ ਕੇ ਗਰਾਊਂਡ ਲੈਵਲ ਤੇ, ਘਰ ਘਰ ਤੱਕ ਪਹੁੰਚ ਕਰਕੇ, ਮੈਂ ਬੇਨਤੀ ਕਰਾਂ, ਗੱਲ ਅੰਦਰ ਦੀ ਹੈ, ਗੱਲ ਅੰਦਰ ਦੇ ਪਿਆਰ ਦੀ ਹੈ। ਆ ਇਲੈਕਸ਼ਨ ਦਾ ਸਮਾਂ ਚੱਲ ਰਿਹਾ ਹੈ। ਰਾਜਨੀਤਿਕ ਲੋਕ ਤੇ ਰਾਜਨੀਤਿਕ ਪਾਰਟੀਆਂ ਤੇ ਉਹਨਾਂ ਦੇ ਵਰਕਰ ਜਾ ਰਹੇ ਨਾ, ਘਰ ਘਰ ਜਾ ਰਹੇ ਨੇ ਨਾ, ਕੱਲੇ ਕੱਲੇ ਦਾ ਦਰਵਾਜ਼ਾ ਖੜਕਾ ਰਹੇ ਆ, ਜਿਨ੍ਹਾਂ ਦਾ ਇਹ ਵੀ ਪਤਾ ਹੈ ਵੀ ਸਾਡੀ
ਵਿਰੋਧੀ ਪਾਰਟੀ ਦਾ ਇਹਨਾਂ ਨੇ ਝੰਡਾ ਲਾਇਆ ਹੈ, ਉਹਦਾ ਦਰਵਾਜ਼ਾ ਖੜਕਾ ਕੇ ਉਹਨੂੰ ਹੱਥ ਜੋੜ ਕੇ ਵੀ ਕਹਿ ਦਿੰਦੇ ਵੋਟ ਪਾਇਓ। ਭਾਵੇਂ ਪਤਾ ਇਹਨੇ ਕਹਿ ਦੇਣਾ ਹੈ ਸਾਨੂੰ ਵੀ ਨਹੀਂ, ਪਰ ਆਪਣਾ ਅੰਦਰੋਂ ਯਤਨ ਜਾਰੀ ਹੈ। ਜੇ ਉਹ ਪਾਰਟੀਆਂ ਦੇ ਵਰਕਰ ਇਸ ਤਰੀਕੇ ਨਾਲ ਵਰਕ ਕਰ ਸਕਦੇ ਆ, ਆਪਾਂ ਵੀ ਗੁਰੂ ਨਾਨਕ ਦੇ ਘਰ ਦੇ ਵਰਕਰ ਹਾਂ, ਆਪਾਂ ਵੀ ਵਰਕਰ ਬਣ ਕੇ ਕੰਮ ਕਰੀਏ, ਆਪਾਂ ਵੀ ਵਰਕਰ ਬਣ ਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਹੋਕਾ ਦਈਏ, ਘਰ ਘਰ ਜਾ ਕੇ ਅਸੀਂ ਵੀ ਤਰਲਾ ਲੈ ਸਕਦੇ ਹਾਂ ਵੀ ਆਓ ਆਓ ਗੁਰੂ ਆਓ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਬੈਠੀਏ, ਆਓ ਸਮਾਗਮ ਹੋ ਰਹੇ ਨੇ, ਸਮਾਗਮ ਕਰ ਰਹੇ ਹਾਂ, ਆਓ ਆਪਾਂ ਉੱਥੇ ਜਾ ਕੇ ਸਤਿਗੁਰੂ ਜੀ ਦੀ ਬਾਣੀ ਦੇ ਬਚਨ ਸੁਣੀਏ। ਆਪਾਂ ਵੀ ਕਹਿ ਸਕਦੇ, ਇੱਥੇ ਆਪਾਂ ਹਿਚਕਚਾਉਂਦੇ ਕਿਉਂ ਆ ਵੀ? ਜੇ ਆਪਾਂ ਇੱਕ ਰਾਜਨੀਤਿਕ ਲੀਡਰ ਲਈ ਵਰਕ ਕਰ ਸਕਦੇ ਹਾਂ, ਆਪਣੇ ਗੁਰੂ ਲਈ ਵਰਕ ਕਿਉਂ ਨਹੀਂ ਕਰ ਸਕਦੇ ਆਪਾਂ? ਸੋ ਮੈਂ ਬੇਨਤੀ ਕਰਾਂਗਾ, ਇੱਥੇ ਬਹੁਤ ਵੱਡੀ ਸੇਵਾ ਉਸ ਸਮੇਂ ਅਕਾਲ ਏਡ ਅਕਾਲ ਚੈਨਲ ਵੱਲੋਂ ਕੀਤੀ ਗਈ, ਤੇ ਜਦੋਂ ਇਹ ਫੁਰਨਾ ਬਣਿਆ ਵੀ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਮਹਾਨ ਪਵਿੱਤਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੱਡੇ ਪੱਧਰ ਤੇ ਆਰੰਭ ਕੀਤਾ, ਤੇ ਇਸ ਨਗਰ ਤੋਂ ਆਰੰਭਤਾ ਹੋਈ ਹੈ। ਤੇ ਮੈਨੂੰ ਬੜੀ ਖੁਸ਼ੀ ਹੋਈ ਇੱਕ ਹੋਰ ਗੱਲ ਦੀ, ਮੈਂ ਆਉਂਦਿਆਂ ਜਦੋਂ ਪੋਸਟਰ ਪੜ੍ਹਿਆ ਨਾ, ਸਾਡੇ ਬਹੁਤ ਸਤਿਕਾਰਯੋਗ ਵੀਰ ਜੀ ਤੇਜਿੰਦਰ ਸਿੰਘ ਜੀ, ਜਿਨ੍ਹਾਂ ਨੇ ਹੁਕਮ ਕਰਕੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਨੇ, ਜਿਹੜੇ ਬਹੁਤ ਮਿਹਨਤ ਕਰ ਰਹੇ ਨੇ, ਸਵੇਰ ਸਵਖਤੇ ਦੇ ਤੁਹਾਡੇ ਕੋਲ ਇੱਥੇ ਪਹੁੰਚੇ ਹੋਏ ਨੇ। ਮੈਂ ਬੇਨਤੀ ਕਰਾਂ, ਮੈਂ ਜਦੋਂ ਪੋਸਟਰ ਪੜ੍ਹਿਆ ਰਸਤੇ ਦੇ ਵਿੱਚ, ਤੇ ਮਨ ਨੂੰ ਬੜਾ ਸਕੂਨ ਮਿਲਿਆ। ਤੁਹਾਡੇ ਇਹਨਾਂ ਪਿੰਡਾਂ ਦੇ ਜਿਹੜੇ ਗੁਰਸਿੱਖ ਪਰਿਵਾਰ ਨੇ, ਗੁਰਸਿੱਖ ਬੱਚੇ ਨੇ, ਉਹਨਾਂ ਦੀ ਪੜ੍ਹਾਈ ਲਈ, ਉਹਨਾਂ ਦੀ ਸਟੱਡੀ ਲਈ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ, ਉਹਨਾਂ ਦੀ ਸਕਾਲਰਸ਼ਿਪ ਦਾ। ਵੈਸੇ ਸਾਡੇ ਕੋਲ ਸਾਡੇ ਪਰਿਵਾਰਾਂ ਨੂੰ, ਆਪਣੀ ਕੌਮ ਨੂੰ ਸੰਭਾਲਣ ਲਈ ਬਹੁਤ ਵੱਡਾ ਬਜਟ ਹੈ, ਤੇ ਮੈਂ ਝਿਜਕਾਂਗਾ ਨਹੀਂ ਕਿਸੇ ਕੋਈ ਗੱਲ ਕਰਨ ਲੱਗੇ। ਕਾਸ਼ ਉਹ ਸਾਡੀ ਕੌਮ ਦਾ ਸਰਮਾਇਆ ਜਿਹੜਾ ਗੋਲਕ ਦੇ ਰੂਪ ਵਿੱਚ ਹੈ, ਮੈਨੂੰ ਕੋਈ ਝਿਜਕ ਨਹੀਂ। ਆਪਾਂ ਗੁਰੂ ਦੇ ਸੇਵਕਾਂ, ਗੁਰੂ ਦੇ ਚਰਨਾਂ 'ਚ ਬੈਠੇ ਆ, ਕਿਸੇ ਦਾ ਵੀ ਕਿਸੇ ਦਾ ਕੋਈ ਰੁਝਾਨ ਹੋ ਸਕਦਾ ਹੈ। ਮੈਂ ਬੇਨਤੀ ਕਰਾਂ, ਕਾਸ਼ ਕਿਤੇ ਉਹ ਖਜ਼ਾਨਾ ਸਾਡਾ, ਸਾਡੀ ਕੌਮ ਦਾ ਸਰਮਾਇਆ, ਇੱਕ ਪਰਿਵਾਰ ਦੀ ਤਰੱਕੀ ਛੱਡ ਕੇ ਕਿਤੇ ਕੌਮ ਦੀ ਚੜ੍ਹਦੀ ਕਲਾ ਲਈ ਖਰਚਿਆ ਜਾਂਦਾ। ਉਹ ਸਾਡਾ ਸਰਮਾਇਆ, ਮਾਇਆ ਦਾ ਵੱਡਾ ਖਜ਼ਾਨਾ, ਇੱਕ ਪਰਿਵਾਰ ਦੀ ਬਜਾਏ ਉਹ ਸਰਮਾਇਆ ਕਿਤੇ ਕੌਮ ਲਈ ਖਰਚਿਆ ਜਾਂਦਾ। ਪਰ ਮੈਂ ਵਧਾਈ ਦਿੰਦਾ ਹਾਂ ਇਸ ਸਮੁੱਚੇ ਪ੍ਰਬੰਧ ਨੂੰ, ਅਕਾਲ ਚੈਨਲ ਦੇ ਪ੍ਰਬੰਧ ਨੂੰ, ਵੀ ਜਿਨ੍ਹਾਂ ਨੇ ਇਹ ਮਨ ਵਿੱਚ ਫਿਕਰਮੰਦੀ ਕਰਦਿਆਂ ਹੋਇਆਂ ਔਰ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਹੋਇਆਂ, ਕਿਉਂਕਿ ਮਹਾਰਾਜ ਜੀ ਦੇ ਬਚਨ ਨੇ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਹੈ, ਤਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ ਹੈ। ਹੁਣ ਜਿੰਨਾ ਜਿੰਨਾ ਸੰਗਤਾਂ ਸਹਿਯੋਗ ਕਰਨਗੀਆਂ, ਤਿਵੇਂ ਤਿਵੇਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਪਿੰਡ ਪਿੰਡ, ਨਗਰ ਨਗਰ ਸੰਗਤਾਂ ਨੂੰ ਗੁਰਬਾਣੀ ਨਾਲ, ਆਪਣੇ ਵਿਰਸੇ ਨਾਲ, ਸਿੱਖੀ ਸਿਧਾਂਤਾਂ ਨਾਲ ਜੋੜਨ ਦੇ ਵੱਡੇ ਉਪਰਾਲੇ ਕੀਤੇ ਗਏ ਨੇ ਤੇ ਕੀਤੇ ਜਾਣਗੇ। ਔਰ ਬੱਚਿਆਂ ਦੀ ਸਟੱਡੀ ਨੂੰ ਧਿਆਨ ਵਿੱਚ ਰੱਖ ਕੇ, ਵਿਦਿਆ ਨੂੰ ਧਿਆਨ ਵਿੱਚ ਰੱਖ ਕੇ, ਜੇ ਅੱਜ ਇਸ ਇਲਾਕੇ ਦੇ ਪਿੰਡਾਂ ਵਾਸਤੇ ਐਲਾਨ ਹੋਇਆ ਹੈ ਅਕਾਲ ਏਡ ਵੱਲੋਂ, ਤੇ ਹੌਲੀ ਹੌਲੀ ਇਹ ਟੀਮ ਬਹੁਤ ਵੱਡੇ ਪੱਧਰ ਤੇ ਵੀ ਸੇਵਾ ਕਰੇਗੀ ਤੁਹਾਡੀ। ਪਰ ਉਹਦੇ ਨਾਲ
ਸਰਬ ਸੰਗਤਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਇਹ ਮੈਨੂੰ ਕਿਸੇ ਨੇ ਕਿਹਾ ਨਹੀਂ, ਮੈਂ ਆਪਣੇ ਵੱਲੋਂ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ। ਵਿਚਾਰ ਆਰੰਭ ਹੋਈ ਸੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਸਰਬੱਤ ਦੇ ਭਲੇ ਦੀ ਇਕੱਲੀ ਆਵਾਜ਼ ਨਹੀਂ ਆਈ, ਸਰਬੱਤ ਦੇ ਭਲੇ ਲਈ ਗੁਰੂ ਨਾਨਕ ਦੇ ਘਰ ਨੂੰ ਜੇ ਆਪਣਾ ਸੀਸ ਤੱਕ ਕੁਰਬਾਨ ਕਰਨਾ ਪਿਆ, ਉਹ ਵੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਬੈਠ ਕੇ ਕੁਰਬਾਨ ਕਰ ਦਿੱਤਾ। ਜਦੋਂ 500 ਕਸ਼ਮੀਰੀ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਮਹਾਰਾਜ ਸੱਚੇ ਪਾਤਸ਼ਾਹ, ਅੱਜ ਸਾਡਾ ਕੋਈ ਵਾਲੀ ਵਾਰਸ ਨਹੀਂ, ਅੱਜ ਸਾਨੂੰ ਕੋਈ ਆਸਰਾ ਦੇਣ ਵਾਲਾ ਨਹੀਂ। ਤੇ ਗੁਰੂ ਗੋਬਿੰਦ ਰਾਏ ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਨੇ, ਪਿਤਾ ਸਤਿਗੁਰੂ ਕੀ ਦੁੱਖ ਹੈ ਇਹਨਾਂ ਨੂੰ? ਤੇ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਲਾਲ ਜੀ ਕਿਹੜਾ ਦੁੱਖ ਹੈ ਜਿਹੜਾ ਇਹਨਾਂ ਨੂੰ ਨਹੀਂ? ਇਹਨਾਂ ਦਾ ਅੱਜ ਧਰਮ ਖਤਮ ਕੀਤਾ ਜਾ ਰਿਹਾ, ਉਹ ਵੀ ਏਡੇ ਵੱਡੇ ਪੱਧਰ ਤੇ 1.25 ਮਣ ਜੰਝੂ ਲਾ ਕੇ ਸਮੇਂ ਦਾ ਹੁਕਮਰਾਨ ਰੋਟੀ ਖਾਂਦਾ ਹੈ। 1.25 ਮਣ ਜੰਝੂ 5000 ਤੋਲਾ ਹੋਵੇ ਤੇ ਫਿਰ 1.25 ਮਣ ਭਾਰ ਬਣਦਾ। 1 ਤੋਲੇ ਦਾ 1 ਜੰਝੂ ਹੁੰਦਾ, ਮਤਲਬ 5000 ਹਿੰਦੂ ਦਾ ਕਤਲ ਕਰਕੇ 5000 ਤੋਲਾ ਜੰਝੂਆਂ ਦਾ ਭਾਰ ਇਕੱਠਾ ਕਰਕੇ 1.25 ਮਣ ਬਣਦਾ। 1.25 ਮਣ ਲਾ ਕੇ ਜੰਝੂ ਫਿਰ ਰੋਟੀ ਖਾਂਦਾ। ਏਡੀ ਵੱਡੀ ਕਤਲੋ ਗਾਰਤ। ਮਹਾਰਾਜ ਕਹਿੰਦੇ ਕੋਈ ਮਹਾਨ ਮਹਾਪੁਰਸ਼ ਇਹਨਾਂ ਲਈ ਆਪਣਾ ਸੀਸ ਕੁਰਬਾਨ ਕਰੇ ਤਾਂ ਬਚਦੇ ਨੇ। ਧੰਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 9 ਸਾਲ ਦੀ ਉਮਰ ਵਿੱਚ ਕਹਿੰਦੇ ਨੇ, ਪਿਤਾ ਸਤਿਗੁਰੂ ਤੁਹਾਡੇ ਨਾਲੋਂ ਮਹਾਨ ਮਹਾਂਪੁਰਖ ਕੌਣ ਹੈ? ਫਿਰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣਾ ਸੀਸ ਕੁਰਬਾਨ ਕੀਤਾ। ਕਿਸੇ ਦੂਸਰੇ ਦੇ ਧਰਮ ਨੂੰ ਡੁੱਬਣ ਨਹੀਂ ਦਿੱਤਾ, ਖਤਮ ਨਹੀਂ ਹੋਣ ਦਿੱਤਾ। ਆਪਣਾ ਸੀਸ ਦੇ ਕੇ, ਕੁਰਬਾਨੀ ਦੇ ਕੇ ਕਿਸੇ ਦੂਸਰੇ ਦਾ ਧਰਮ ਵੀ ਰੱਖ ਲਿਆ। ਇੰਨੀ ਸਾਂਝੀਵਾਲਤਾ ਦਾ ਸਿਧਾਂਤ ਹੈ ਗੁਰੂ ਨਾਨਕ ਦੇ ਘਰ ਦਾ। ਤੇ ਦੁਨੀਆ ਦੇ ਵੱਡੇ ਵੱਡੇ ਵਿਦਵਾਨਾਂ ਨੇ, ਦੂਸਰੇ ਧਰਮਾਂ ਦੇ ਵਿਦਵਾਨਾਂ ਨੇ ਵੀ ਕਹਿ ਦਿੱਤਾ। ਮੈਂ ਮੁੱਕਦੀ ਗੱਲ ਤੁਹਾਡੇ ਨਾਲ ਕਰਾਂ। 400 ਸਾਲਾ ਪ੍ਰਕਾਸ਼ ਪੁਰਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੰਮ੍ਰਿਤਸਰ ਦੀ ਧਰਤੀ ਤੇ ਮਨਾਇਆ। ਦੀਵਾਨ ਮੰਜੀ ਹਾਲ, ਜਿਸ ਵੇਲੇ ਦਿੱਲੀ ਦੀ ਜਾਮਾ ਮਸਜਿਦ ਦੇ ਮੌਲਾਨਾ ਜੀ ਦਾ ਸਮਾਂ ਆਇਆ ਤੇ ਉਹਨਾਂ ਨੇ ਇਹ ਬਚਨ ਕਰ ਦਿੱਤਾ। ਵਰਲਡ ਦੇ ਮੀਡੀਏ ਦੇ ਸਾਹਮਣੇ ਉਹਨਾਂ ਨੇ ਬਚਨ ਕਿਹਾ, ਕਹਿਣ ਲੱਗੇ ਉਹ ਦਿਨ ਦੁਨੀਆ ਤੇ ਆ ਸਕਦਾ ਹੈ ਜਿਸ ਦਿਨ ਤੋਂ ਬਾਅਦ ਕਦੀ ਦੁਨੀਆ ਤੇ ਕਦੀ ਕੋਈ ਝਗੜਾ, ਕੋਈ ਕਲੇਸ਼, ਕੋਈ ਜੰਗ, ਕੋਈ ਯੁੱਧ ਨਹੀਂ ਹੋਵੇਗਾ। ਮੁੜ ਕੇ ਹੈਰਾਨੀ ਛਾ ਗਈ ਵੀ ਝਗੜੇ, ਕਲੇਸ਼ ਇਹ ਤੇ ਪਰਿਵਾਰਾਂ ਚੋਂ ਨਿਬੜਨੇ ਬੜੇ ਔਖੇ ਨੇ, ਪੂਰੀ ਦੁਨੀਆ ਦੀ ਗੱਲ ਕਰ ਦਿੱਤੀ। ਕਹਿਣ ਲੱਗੇ ਉਹ ਦਿਨ ਉਦਣ ਆਵੇਗਾ ਜਿਸ ਦਿਨ ਪੂਰੀ ਦੁਨੀਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਲੱਗ ਪਈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿਧਾਂਤ ਹੀ ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਭ ਨੂੰ ਇੱਕ ਨਿਗਾਹ ਨਾਲ ਔਰ ਇੱਕ ਪਿਆਰ ਬਖਸ਼ਿਸ਼ ਕੀਤਾ। ਗੁਰੂ ਨਾਨਕ ਦੇ ਘਰ ਦੇ ਦੂਸਰੇ ਧਰਮਾਂ ਦੇ ਵੀ ਵੱਡੇ ਵੱਡੇ ਸੇਵਾਦਾਰ ਹੋਏ ਨੇ। ਸੋ ਬੇਨਤੀ ਹੈ ਆਪਣੇ ਵਿਰਸੇ ਨਾਲ ਜੁੜੀਏ। ਉਹ ਮਹਾਨ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ। ਸਮਾਂ ਪਿਆ ਮਹਾਰਾਜਾ ਰਣਜੀਤ ਸਿੰਘ ਤਖਤ ਤੇ ਬੈਠਦੇ ਨੇ, ਜਿੱਥੇ ਵੱਡੇ ਮਹਾਨ ਗੁਰਧਾਮਾਂ ਦੀ ਸੇਵਾ ਹੋਈ, ਉੱਥੇ ਖਾਲਸੇ ਦੇ ਰਾਜ ਵਿੱਚ ਦੇ ਖਜ਼ਾਨੇ ਵਿੱਚੋਂ ਮਸਜਿਦਾਂ ਦੀ ਵੀ ਸੇਵਾ ਹੋਈ ਤੇ ਮੰਦਿਰਾਂ ਦੀ ਵੀ ਸੇਵਾ ਹੋਈ। ਇਦਾਂ ਦਾ ਰਾਜ, ਜਿਸ ਰਾਜ ਦੀ
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਇਹ ਕੇਵਲ ਇਦਾਂ ਦੇ ਹੱਛੇ ਰਾਜ ਦੀ ਕਲਪਨਾ ਗੁਰੂ ਨਾਨਕ ਦੇ ਘਰ ਵਿੱਚੋਂ ਹੈ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਆਕੀ ਦਾ ਮਤਲਬ ਸਭ ਨੂੰ ਪਿਆਰਾ ਲੱਗੇਗਾ, ਤੇ ਲੱਗਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਆਇਆ, ਇਦਾਂ ਦਾ ਰਾਜ ਕੀਤਾ। ਅੱਜ ਇੰਨੇ ਸਾਲਾਂ ਬਾਅਦ ਆਸਟ੍ਰੇਲੀਆ ਨੇ ਜਦੋਂ ਬੜੇ ਵੱਡੇ ਵਿਦਵਾਨ ਫਿਲਾਸਫਰ ਲਾ ਕੇ ਦੁਨੀਆ ਦਾ ਇਤਿਹਾਸ ਇਕੱਠਾ ਕਰਕੇ ਯਤਨ ਕੀਤਾ ਵੀ ਵੇਖੀਏ ਦੁਨੀਆ ਤੇ ਸਭ ਤੋਂ ਵਧੀਆ ਰਾਜ ਕਿਹਨੇ ਕੀਤਾ ਏ, ਤੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਦਾ ਨਾਮ ਆਇਆ ਵੀ ਉਹਨੇ ਸਭ ਤੋਂ ਵਧੀਆ ਦੁਨੀਆ ਤੇ ਰਾਜ ਕੀਤਾ, ਮਹਾਰਾਜਾ ਰਣਜੀਤ ਸਿੰਘ ਦਾ। ਸੋ ਆਪਣੇ ਵਿਰਸੇ ਨਾਲ ਜੁੜੀਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗੀਏ। ਜਿੱਥੇ ਆਪ ਲੱਗੀਏ ਉੱਥੇ ਵਰਕਰ ਬਣ ਕੇ ਦੂਜਿਆਂ ਨੂੰ ਵੀ ਜੋੜੀਏ, ਦੂਜਿਆਂ ਨੂੰ ਵੀ ਨਾਲ ਜੋੜੀਏ। ਔਰ ਹਰ ਇੱਕ ਧਰਮ ਦਾ ਸਤਿਕਾਰ, ਹਰ ਇੱਕ ਧਰਮ ਦੇ ਮਸਲੇ ਤੇ ਸਹਿਯੋਗ ਕਰਨਾ, ਇਹ ਵੀ ਗੁਰੂ ਦੇ ਸਿੱਖ ਦਾ ਕਾਰਜ ਹੈ। ਇਹ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇੰਨੀਆਂ ਬਖਸ਼ਿਸ਼ਾਂ ਭਰਿਆ ਸਿਧਾਂਤ ਬਖਸ਼ਿਸ਼ ਕੀਤਾ ਹੈ। ਸੋ ਸਮਾਂ ਸੰਪੂਰਨ ਹੋ ਗਿਆ ਹੈ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ। ਅਕਾਲ ਚੈਨਲ, ਅਕਾਲ ਏਡ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਇਹ ਜੋ ਵੱਡੀਆਂ ਪੰਥ ਦੀਆਂ ਸੇਵਾਵਾਂ, ਖਾਸ ਕਰਕੇ ਗਰਾਊਂਡ ਪੱਧਰ ਤੇ ਗੁਰਸਿੱਖੀ ਦੇ ਪ੍ਰਚਾਰ ਦੀ ਜੋ ਸੇਵਾ ਆਰੰਭ ਹੋਈ ਹੈ, ਸਤਿਗੁਰੂ ਬਖਸ਼ਿਸ਼ ਕਰਨ। ਇਸ ਪੂਰੀ ਟੀਮ ਨੂੰ ਇਹ ਬਲ ਬਖਸ਼ਿਸ਼ ਕਰਨ, ਸਤਿਗੁਰੂ ਮਿਹਰ ਕਰਨ। ਔਰ MD ਸਰਦਾਰ ਅਮਰੀਕ ਸਿੰਘ ਜੀ ਕੂਨਰ, ਉਹਨਾਂ ਦੇ ਸਿਰ ਤੇ ਮਿਹਰ ਭਰਿਆ ਗੁਰੂ ਮਹਾਰਾਜ ਹੱਥ ਰੱਖਣ। ਇਹ ਵੱਡੀਆਂ ਸੇਵਾਵਾਂ ਆਪ ਲੈਣ। ਤੇ ਮੈਂ ਬੇਨਤੀ ਕਰਦਾ ਆਪ ਸੰਗਤਾਂ ਦੇ ਚਰਨਾਂ 'ਚ, ਇਸ ਇਲਾਕੇ 'ਚ ਜਿਹੜਾ ਦੂਸਰਾ ਸਮਾਗਮ ਹੋਣਾ ਹੈ ਨਾ, ਹੁਣ ਜਿੰਨੇ ਤੁਸੀਂ ਬੈਠੇ ਹੋ ਤੇ ਜਿੰਨੇ ਬਾਹਰ ਸਾਡੇ ਵੀਰ ਨੇ ਸੇਵਾ 'ਚ ਜੁੜੇ ਨੇ, ਉਸ ਸਮਾਗਮ ਵਾਸਤੇ ਵਰਕ ਤੁਸੀਂ ਕਰਨਾ ਜੀ। ਹੁਣ ਆ ਪਹਿਲਾ ਅਕਾਲ ਚੈਨਲ ਦੀ ਟੀਮ ਨੇ ਵਰਕ ਕੀਤਾ ਹੈ ਔਰ ਗਰਾਊਂਡ ਪੱਧਰ ਤੇ ਕੀਤਾ ਹੈ। ਖੁਸ਼ੀ ਵਾਲੀ ਗੱਲ ਹੈ ਸਭ ਨਾਲੋਂ। ਅਗਲਾ ਜਿਹੜਾ ਸਮਾਗਮ ਹੋਵੇ ਉਹ ਤੁਹਾਡੀ ਜ਼ਿੰਮੇਵਾਰੀ ਜੇ ਸਾਰਿਆਂ ਦੀ। ਸੰਗਤ ਰੂਪ ਵਿੱਚ ਮੈਂ ਤੁਹਾਡੇ ਚਰਨ, ਮੈਂ ਪਹਿਲਾਂ ਬੇਨਤੀ ਕੀਤੀ ਵੀ ਜੇ ਰਾਜਨੀਤਿਕ ਲੀਡਰਾਂ ਦੇ ਵਰਕਰ ਇੰਨਾ ਵਰਕ ਕਰ ਸਕਦੇ ਨੇ, ਲੋਕਾਂ ਦੇ ਦਰਵਾਜ਼ਿਆਂ ਤੇ ਜਲੀਲ ਹੋ ਸਕਦੇ ਨੇ ਜਾ ਕੇ, ਆਪਾਂ ਤੇ ਗੁਰੂ ਨਾਨਕ ਦੇ ਸਿੱਖ ਹਾਂ, ਆਪਾਂ ਤੇ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ। ਆਪਾਂ ਜੇ ਆਪਣੇ ਦਫ਼ਤਰਾਂ 'ਚ ਬੈਠਦੇ ਆਂ, ਦੁਕਾਨਾਂ ਤੇ ਬੈਠਦੇ ਆਂ, ਪਿੰਡ ਦੇ ਪਿਆਂ ਤੇ ਬੈਠਦੇ ਆਂ, ਉੱਥੇ ਬੈਠ ਕੇ ਵੀ ਆਪਾਂ ਗੁਰੂ ਦੇ ਘਰ ਦੀ ਗੱਲ ਕਰ ਸਕਦੇ ਹਾਂ। ਕੱਲਾ ਇਹੀ ਮਾਧਿਅਮ ਨਹੀਂ, ਸਟੇਜ ਵਾਲਾ ਮਾਧਿਅਮ ਨਹੀਂ, ਇਹ ਤੇ ਇੱਕ ਨੰਬਰ ਤੇ ਹੈ ਨਾ। ਇਹ ਤੇ ਸਤ ਸੰਗਤ ਦਾ ਸਿਧਾਂਤ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਨਾ। ਆ ਜਿਹੜਾ ਆਪਾਂ ਅਰਦਾਸ 'ਚ ਪੜ੍ਹਦੇ ਆ ਨਾ, ਆਪ ਜੀ ਦੇ ਸਿੱਖਾਂ ਨੂੰ ਵਾਹਿਗੁਰੂ 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 ਨਾਮ ਚਿੱਤ ਆਵੇ। ਮੈਂ ਬੇਨਤੀ ਕਰਾਂ, ਇੱਕ ਵਾਰੀ ਵੀ ਕਿਹਾ ਜਾ ਸਕਦਾ ਸੀ ਵੀ ਆਪ ਜੀ ਦੇ ਸਿੱਖਾਂ ਨੂੰ ਵਾਹਿਗੁਰੂ ਚਿੱਤ ਆਵੇ, ਪਰ 3 ਵਾਰੀ ਕਿਹਾ। ਉਹਦਾ ਕੋਈ ਕਾਰਨ ਹੈ ਵੀ ਮਹਾਰਾਜ ਪਰਮੇਸ਼ਰ ਜੀ ਕਿਰਪਾ ਕਰਿਓ, ਅਸੀਂ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਦਾ ਜਪ ਕਰੀਏ। ਦੂਸਰੀ ਵਾਰੀ ਸਿੱਖ ਮੰਗਦਾ ਏ, ਕਹਿੰਦਾ ਜਦੋਂ ਰਸਨਾ ਨਾਲ ਜਪੀਏ ਸਾਡਾ ਮਨ ਵੀ ਨਾਲ ਜਪੇ। ਤੀਸਰੀ ਵਾਰੀ ਜਦੋਂ ਮੰਗਦਾ ਏ ਉਦੋਂ ਕਹਿੰਦਾ ਸਿੱਖ ਦੀ ਕਿਰਤ ਵਿੱਚ ਵੀ ਤੇਰਾ ਨਾਮ ਹੋਵੇ। ਸਿੱਖ ਦਫ਼ਤਰ 'ਚ ਬੈਠਾ ਏ ਕੁਰਸੀ ਤੇ, ਉਸ ਕੁਰਸੀ ਤੇ ਆਪਣੀ ਡਿਊਟੀ ਕਰਦਿਆਂ ਵੀ ਸਿੱਖੀ ਦਾ ਪ੍ਰਚਾਰ ਕਰ ਸਕਦਾ। ਆਪਾਂ ਰਸਤੇ 'ਚ ਪਿੰਡ 'ਚ ਕਿਤੇ ਬੈਠੇ 4 ਜਾਣੇ ਖਲੋਤੇ, ਉੱਥੇ ਵੀ ਗੁਰੂ ਘਰ ਦੀ ਗੱਲ ਕਰ ਸਕਦੇ ਆ। ਇਹਨੂੰ ਕਹਿੰਦੇ ਕਿਰਤ ਦੇ ਵਿੱਚ ਵੀ ਨਾਮ ਦਾ ਆ ਜਾਣਾ।
ये बड़ा वड्डा उपराला होया है, गुरु महाराज जी ने बख्शिश कीती है। मैं फिर बेनती करदा, अज तो कमर कसे कर लो। प्रबंधकां ने दस देना है भी अगला समागम कित्थे होवेगा, कदों होवेगा, ते पता लगना चाहिए है अगले समागम दे विच भी वाकया ही ਚੱਕ ਮੰਡਾਲਾ ਦੀਆਂ ਸੰਗਤਾਂ ਨੇ ਕਮਰ ਕੱਸਾ ਕਰ ਲਿਆ ਸੀ ਉਦੋਂ। ਇਹ ਆਪਾਂ ਵਰਕਰ ਬਣ ਕੇ ਕੰਮ ਕਰਦੇ ਚ ਕੋਈ ਊਚ ਨੀਚ ਨਹੀਂ। ਇੱਕ ਮੈਂ ਬੇਨਤੀ ਹੋਰ ਕਰਾਂਗਾ, ਜਿਹੜੇ ਸਾਡੇ ਵੀਰ ਕਲੀਨ ਸ਼ੇਵ ਨੇ ਜਾਂ ਨਸ਼ੇ ਦਾ ਸੇਵਨ ਕਰਦੇ ਨੇ, ਮੈਂ ਪ੍ਰਬੰਧਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ, ਉਹਨਾਂ ਵੀਰਾਂ ਨੂੰ ਨਾਲ ਲੈਣਾ ਆਪਾਂ ਆਪਣੇ, ਉਹਨਾਂ ਨੂੰ ਅੱਗੇ ਲਾਓ। ਜਿਹੜੇ ਵੀਰ ਸਾਡੇ ਕਲੀਨ ਸ਼ੇਵ ਨੇ, ਇੱਕ ਸਾਡੇ ਚ ਇੱਕ ਵਿਤਕਰਾ ਜਿਹਾ ਪੈ ਗਿਆ, ਖਾਸ ਕਰਕੇ ਆਪਾਂ ਸੋਚਦੇ ਆ ਤੇ ਉਹ ਵੀ ਸਾਡੇ ਵੀਰ ਸੋਚਦੇ ਆ ਵੀ ਇਹਨਾਂ ਦੇ ਲਾਗੇ ਨਹੀਂ ਜਾਣਾ, ਇਹ ਗਿਆਨੀ ਨੇ ਤੇ ਆਪਣਾ ਹਿਸਾਬ ਕਿਤਾਬ ਕੁਝ ਹੋਰ ਹੈ। ਇਹ ਸਾਡੀ ਇੱਕ ਦੂਰੀ ਪੈ ਗਈ ਆਪਸ ਦੇ ਵਿੱਚ, ਇਹ ਦੂਰੀ ਨਹੀਂ ਪੈਣੀ ਚਾਹੀਦੀ। ਭਾਵੇਂ ਮੈਂ ਨੌਜਵਾਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ, ਭਾਵੇਂ ਤੁਸੀਂ ਕਲੀਨ ਸ਼ੇਵੀ ਹੋ, ਤੁਸੀਂ ਪਤਤ ਹੋ ਅਜੇ, ਪਰ ਗੁਰੂ ਨਾਨਕ ਦਾ ਘਰ ਤੁਹਾਨੂੰ ਵੀ ਆਪਣੇ ਗਲ ਨਾਲ ਲਾਉਣ ਨੂੰ ਤਿਆਰ। ਆਓ ਤੁਸੀਂ ਇੱਥੇ ਆਓ, ਤੁਸੀਂ ਪ੍ਰਬੰਧਕ ਬਣ ਕੇ ਅੱਗੇ ਹੋ ਕੇ ਇਹ ਕਾਰਜ ਕਰੋ, ਸਾਰੇ ਅੱਗੇ ਲੱਗੋ, ਤੁਹਾਨੂੰ ਅੱਗੇ ਲਾਉਣ ਲਈ ਤਿਆਰ ਆ। ਇਹ ਪ੍ਰਚਾਰ ਦਾ ਮਤਲਬ ਹੀ ਤਾਂ ਜੇ ਇਹ ਸਾਡੇ ਵੀਰ ਸਾਡੇ ਨਾਲ ਜੁੜਨਗੇ, ਇਹਨਾਂ ਸਮਾਗਮਾਂ ਦਾ ਤਾਂ ਪੂਰਾ ਰਿਜ਼ਲਟ ਨਿਕਲੇਗਾ, ਤਾਂ ਪੂਰਾ ਲਾਭ ਨਿਕਲੇਗਾ। ਜਿਹੜੇ ਤੁਸੀਂ ਦੂਰ ਦੂਰ ਮੈਂ ਦੇਖ ਰਿਹਾ ਸੀ ਆਸੇ ਪਾਸੇ ਖਲੋਤੇ ਢਾਣੀਆਂ ਬਣਾ ਕੇ, ਉਹ ਹੁੰਦਾ ਹੈ ਮਨ 'ਚ ਹੁੰਦਾ ਹੈ ਇਸ ਗੱਲ ਦਾ, ਅਸੀਂ ਰੋਜ਼ ਵਿਚਰਦੇ ਹਾਂ। ਉਹ ਵੀਰ ਜ਼ਰੂਰ ਆਉਣ ਅੱਗੇ ਲੱਗ ਕੇ, ਤੇ ਜਿਹੜੇ ਪ੍ਰਬੰਧਕ ਸਾਬਤ ਸੂਰਤ ਅੰਮ੍ਰਿਤ ਧਾਰੀ, ਉਹਨਾਂ ਦੇ ਚਰਨਾਂ 'ਚ ਬੇਨਤੀ, ਇਹਨਾਂ ਵੀਰਾਂ ਨੂੰ ਗਲਵਕੜੀ ਚਲਾਓ ਆਪਣੇ ਨਾਲ, ਇਹਨਾਂ ਨੂੰ ਕਹੋ ਆਓ ਵੀਰ ਆਪਾਂ ਰਲ ਕੇ ਗੁਰਮਤਿ ਸਮਾਗਮ ਕਰਨਾ, ਸਿੱਖੀ ਦਾ ਪ੍ਰਚਾਰ ਕਰਨਾ। ਸਾਹਿਬਜ਼ਾਦੇ ਸਾਡੇ ਵੀ ਉਹਨੇ ਨੇ, ਤੁਹਾਡੇ ਵੀ ਉਹਨੇ ਨੇ, ਉਨੀਆਂ ਹੀ ਕੁਰਬਾਨੀਆਂ ਹੋਈਆਂ, ਆਪਾਂ ਸਾਰੇ ਹੀ ਉਹਨਾਂ ਦੇ ਵਾਰਸ ਹਾਂ। ਸੋ ਸਤਿਗੁਰੂ ਮਹਾਰਾਜ ਚੜ੍ਹਦੀਆਂ ਕਲਾ ਕਰਨ। ਵੀਰ ਜੀ ਤੇਜਿੰਦਰ ਸਿੰਘ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ, ਸਾਰੀ ਟੀਮ ਦਾ ਹੀ। ਮੈਂ ਬਾਕੀ ਵੀਰਾਂ ਨੂੰ ਵੀ ਜਾਣਦਾ, ਨਾਮ ਤੋਂ ਥੋੜਾ ਜਿਹਾ ਹੋ ਜਾਂਦਾ ਹੈ, ਇਹਨਾਂ ਨਾਲ ਸੰਪਰਕ ਹੁੰਦਾ ਰਹਿੰਦਾ ਹੈ। ਸੋ ਸਤਿਗੁਰੂ ਕਿਰਪਾ ਕਰਨ, ਚੜ੍ਹਦੀਆਂ ਕਲਾ ਕਰਨ। ਆਪਾਂ ਇਦਾਂ ਹੀ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਦੇ, ਜਿਹੜੀਆਂ ਸੰਗਤਾਂ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਇਸ ਵਕਤ ਇਸ ਸਥਾਨ ਨਾਲ ਜੁੜੀਆਂ ਸਰਵਣ ਕਰ ਰਹੀਆਂ ਨੇ, ਉਹਨਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ। ਇਸ ਇਲਾਕੇ ਦਾ ਨਹੀਂ, ਮੈਂ ਆਪਣੇ ਇਲਾਕੇ ਬਾਬਤ ਵੀ ਅਕਾਲ ਏਡ ਅਕਾਲ ਚੈਨਲ ਨੂੰ ਬੇਨਤੀ ਕਰਾਂਗਾ। ਉਹ ਬਾਰਡਰ ਦਾ ਇਲਾਕਾ, ਬੈਲਟ ਸਾਰੀ ਗੁਰਦਾਸਪੁਰ ਦੀ, ਉਧਰ ਵੀ ਆਇਆ ਜਾਵੇ। ਨਸ਼ੇ ਦੀ ਬਹੁਤ ਵੱਡੀ ਮਾਰ ਵੱਜ ਰਹੀ ਹੈ, ਉਧਰ ਵੀ ਬਹੁਤ ਵੱਡੀ ਮਾਰ। ਸਤ ਬਚਨ ਜੀ, ਸਤ। ਸੋ ਅਕਾਲ ਚੈਨਲ ਵੱਲੋਂ, ਅਕਾਲ ਏਡ ਵੱਲੋਂ ਇਹ ਬੜੀ ਗਰੀਬ ਨਵਾਜੀ ਕੀਤੀ ਗਈ ਹੈ। ਮੈਨੂੰ ਹੁਕਮ ਕੀਤਾ ਵੀਰ ਜੀ ਹੁਣਾਂ ਨੇ ਵੀ ਜਿੱਥੇ ਤੁਸੀਂ ਕਹੋਗੇ ਉੱਥੇ ਹੀ ਆਪਾਂ ਸਮਾਗਮ ਰੱਖ ਲਵਾਂਗੇ। ਸੋ ਮੈਂ ਬੇਨਤੀ ਕਰਾਂਗਾ, ਆਪਾਂ ਸੰਗਤ ਨੂੰ ਬੇਨਤੀ ਕੀਤੀ ਅਗਲੇ ਸਮਾਗਮ ਦੀ ਵੀ ਅਗਲੀ ਜ਼ਿੰਮੇਵਾਰੀ ਤੁਹਾਡੀ ਆ। ਗੁਰਮੁਖ ਪਿਆਰੇ ਸਾਰੇ ਸਾਹਮਣੇ ਬੈਠੇ, ਤੁਹਾਡੀ ਜ਼ਿੰਮੇਵਾਰੀ ਜੇ ਸਾਰਿਆਂ ਦੀ, ਤੁਸੀਂ ਵਰਕ ਕਰਨਾ ਇਸ ਇਲਾਕੇ 'ਚ, ਕਿਉਂਕਿ ਸਾਡੇ ਲਾਗੇ ਲਾਗੇ ਪਿੰਡਾਂ 'ਚ ਲਿੰਕ ਹੁੰਦੇ ਇੱਕ ਦੂਜੇ ਨਾਲ, ਆਪਾਂ ਮਿਲ ਸਕਦੇ ਹਾਂ, ਫੋਨ ਕਰ ਸਕਦੇ ਹਾਂ ਇੱਕ ਦੂਜੇ ਨੂੰ ਵੀ ਆਪਾਂ ਇੱਕ ਆ ਸਮਾਗਮ ਕਰਨਾ, ਵੀ ਤੁਸੀਂ ਨਾਲ ਲੱਗੋ। ਇਦਾਂ ਇੱਕ ਲਿੰਕ ਬਣ ਜਾਂਦਾ, ਉਹਦੇ ਨਾਲ ਬੜੀ ਵੱਡੀ ਪੱਧਰ ਤੇ ਬੜੀ ਚੜ੍ਹਦੀ ਕਲਾ ਨਾਲ ਹੋ ਸਕਦਾ ਹੈ। ਸੋ ਮੈਂ ਬੇਨਤੀ ਕਰਾਂਗਾ ਵੀ ਇਸ ਇਲਾਕੇ ਵਿੱਚ ਹੀ ਸੰਗਤਾਂ ਦੇ ਨਾਲ ਸਲਾਹ ਕਰਕੇ ਆਪਾਂ ਇੱਕ ਵਧੀਆ ਪ੍ਰੋਗਰਾਮ, ਔਰ ਮੇਰੇ ਵੱਲੋਂ ਬੇਨਤੀ ਵੀ ਹੌਲੀ ਹੌਲੀ ਇਹ ਲੜੀ ਚੱਲਦੀ ਆਪਾਂ ਬਾਰਡਰ ਤੱਕ ਲੈ ਕੇ ਜਾਣੀ ਹੈ ਉਧਰ, ਕਿਉਂਕਿ ਨਸ਼ੇ ਦਾ ਪਿੰਡਾਂ ਦੇ ਪਿੰਡ ਨੌਜਵਾਨ ਜਿਹੜੇ ਕਿਤੇ ਮਾਵਾਂ ਨੇ ਮਾਪਿਆਂ ਨੇ ਕਿਤੇ ਆਪਣੇ ਮੂੰਹਾਂ ਦੇ ਬੁਰਕੀਆਂ ਵੀ
ਕੱਢ ਕੇ ਪਾਲੇ ਆਪਣੇ ਬੱਚੇ, ਦੁੱਧ ਦਹੀਂ ਨਾਲ ਪਾਲੇ, ਖੁਰਾਕਾਂ ਆਪਣੀਆਂ ਸਾਰੀਆਂ ਜੋ ਮਨ ਦੀਆਂ ਇਛਾਵਾਂ ਉਹਨਾਂ ਨੂੰ ਘੁੱਟ ਕੇ ਨੱਪ ਕੇ ਪੜ੍ਹਾਏ, ਵੱਡੇ ਕੀਤੇ। ਤੇ ਜਦੋਂ ਸਮਾਂ ਆਇਆ ਆ ਨਸ਼ੇ ਦਾ ਦੈਂਤ ਉਹਨਾਂ ਨੂੰ ਨਿਕਲ ਗਿਆ। ਤੇ ਨਸ਼ੇ ਤੋਂ ਆਪਾਂ ਆਪਣੀ ਪੀੜ੍ਹੀ ਨੂੰ ਬਚਾ ਸਕੀਏ। ਦੇਸ਼ ਵਿਦੇਸ਼ ਵਿੱਚ ਆਵਾਜ਼ ਜਾ ਰਹੀ ਹੈ, ਮੈਂ ਐਲਾਨੀਆਂ ਤੌਰ ਤੇ ਤੁਹਾਨੂੰ ਕਹਿਣਾ, ਰਾਜਨੀਤਿਕ ਲੋਕਾਂ ਨੇ ਤੁਹਾਨੂੰ ਨਸ਼ੇ ਦੀ ਦਲਦਲ ਚੋਂ ਕੱਢਣ ਲਈ ਕੋਈ ਕੰਮ ਨਹੀਂ ਜੇ ਕਰਨਾ, ਪੱਕੀ ਗੱਲ ਜੇ। ਨਾ ਇਹਨਾਂ ਨੇ ਕੀਤਾ, ਇਹਨਾਂ ਲਈ ਤੇ ਇੱਕ ਧੰਦਾ ਹੈ, ਇਹਨਾਂ ਲਈ ਤੇ ਇੱਕ ਬਿਜ਼ਨਸ ਹੈ। ਇਹਨਾਂ ਨੇ ਧੰਦਾ ਕੀਤਾ ਨਸ਼ੇ ਦਾ। ਸਾਡੀਆਂ ਪੀੜ੍ਹੀਆਂ ਖਤਮ ਹੁੰਦੀਆਂ ਜਾ ਰਹੀਆਂ। ਨਸ਼ੇ ਦੀ ਦਲਦਲ ਤੋਂ ਆਪਾਂ ਬੱਚਿਆਂ ਨੂੰ ਬਚਾਉਣਾ, ਉਹਦਾ ਇੱਕੋ ਇੱਕ ਹੀ ਸਾਧਨ ਜੇ ਨਸ਼ੇ ਤੋਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਬਚ ਸਕਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੇ ਇਹ ਗੁਰਮਤਿ ਸਮਾਗਮ ਗੁਰੂ ਲੜ ਲੱਗੇ ਆ। ਗੁਰਬਾਣੀ ਵਿੱਚ ਹੀ ਸ਼ਕਤੀ ਹੈ, ਜਿਸ ਸ਼ਕਤੀ ਦੇ ਨਾਲ ਜੁੜ ਕੇ ਆਪਾਂ ਆਉਣ ਵਾਲਾ ਆਪਣਾ ਭਵਿੱਖ ਜਿਹੜਾ ਹੈ ਉਹ ਏਡਾ ਵਧੀਆ ਉਸਾਰ ਸਕਦੇ ਹਾਂ ਵੀ ਵਰਲਡ ਲੈਵਲ ਤੇ, ਦੁਨੀਆ ਲੈਵਲ ਤੇ ਸਾਡੀ ਗੱਲ ਹੋ ਸਕਦੀ ਹੈ। ਸੋ ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ। ਆਉਣ ਵਾਲਾ ਸਮਾਗਮ ਆਪਾਂ ਇਸ ਇਲਾਕੇ ਵਿੱਚ ਕਰਨਾ ਹੈ ਔਰ ਅੱਗੇ ਜਿਵੇਂ ਜਿਵੇਂ ਸਾਰਾ ਪ੍ਰੋਗਰਾਮ ਬਣੇਗਾ ਉਹ ਸਾਰਾ ਅਕਾਲ ਏਡ, ਅਕਾਲ ਚੈਨਲ ਦੀ ਟੀਮ ਇਹ ਸਾਰਾ ਕਰੇਗੀ। ਸੋ ਵਧਾਈਆਂ ਨੇ ਅਕਾਲ ਚੈਨਲ, ਅਕਾਲ ਏਡ ਨੂੰ ਕਿ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਗਰਾਊਂਡ ਲੈਵਲ ਤੇ ਪ੍ਰਚਾਰ ਆਰੰਭ ਹੋਇਆ ਹੈ। ਸੋ ਸਤਿਗੁਰੂ ਚੜ੍ਹਦੀਆਂ ਕਲਾ ਕਰਨ। ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਆਓ ਬੜੇ ਪਿਆਰ ਨਾਲ ਆਨੰਦ ਸਾਹਿਬ ਜੀ ਦੇ ਪਾਠ ਕਰੀਏ, ਅਰਦਾਸ ਵਿੱਚ ਜੁੜੀਏ। ਹੁਕਮਨਾਮਾ ਸਾਹਿਬ, ਉਸ ਤੋਂ ਉਪਰੰਤ ਜੋ ਵੀ ਵਿਚਾਰਾਂ ਪ੍ਰਬੰਧਕ ਜਨਾਂ ਨੇ ਕਰਨੀਆਂ ਨੇ, ਕੁਝ ਪ੍ਰੋਗਰਾਮ ਉਲੀਕੇ ਹੋਣਗੇ ਕਿਉਂਕਿ ਬਹੁਤ ਵੱਡਾ ਸਿਸਟਮ ਹੈ ਅਕਾਲ ਚੈਨਲ ਦਾ। ਸੋ ਆਪ ਸੰਗਤਾਂ ਦੇ ਨਾਲ ਉਹ ਵਿਚਾਰਾਂ ਸਾਂਝੀਆਂ ਹੋਣਗੀਆਂ। ਆਓ ਬੜੇ ਪਿਆਰ ਨਾਲ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰਿਆ, ਸ਼ਬਦ ਗਾਵਣ ਆਇਆ। ਕਹਿ ਨਾਨਕ ਆਨੰਦ ਹੁਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸੱਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਇਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ। ਕਲਾ ਜਿਤ ਕਰ ਧਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ। ਅਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੁਣਤੇ
ਹੋਏ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਸਰਾਧ ਗੁਰ ਗਾਈ ਦਾਇਆ ਖੇਲਾ ਸਗਲ ਜਗਤ। ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ। ਕਰਨੀ ਆਪੋ ਆਪਣੀ ਕੇ ਨੇੜੇ ਕੈ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ